ਇਤਿਹਾਸ ਗਵਾਹ ਹੈ ਕਿ 15ਵੀਂ 16ਵੀਂ ਸਦੀ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇੱਕ ਮਹਾਨ ਕ੍ਰਾਂਤੀਕਾਰੀ, ਯੁੱਗ ਪਲਟਾਊ, ਚਿੰਤਕ ਤੇ ਦੱਬੀਆਂ ਕੁਚਲੀਆਂ ਕੌਮਾਂ ਦੇ ਮਸੀਹਾ ਬਣ ਕੇ ਇਸ ਧਰਤੀ ਤੇ ਆਏ। ਉਨ੍ਹਾਂ ਨੇ ਸਭ ਨੂੰ ਇੱਕ ਪਰਮੇਸ਼ਵਰ ਦੀ ਭਗਤੀ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਸ਼੍ਰੀ ਗੁਰੂ ਰਵਿਦਾਸ ਜੀ ਦੇ ਸੰਘਰਸ਼ ਦੀ ਬਦੌਲਤ ਹੀ ਅੱਜ ਭਾਰਤ ਦਾ ਹਰ ਇੱਕ ਮਨੁੱਖ ਬਰਾਬਰਤਾ ਦਾ ਨਿੱਘ ਮਾਣ ਰਿਹਾ ਹੈ। ਜਿਨ੍ਹਾਂ ਨੇ ਗੁਲਾਮ ਵਿਵਸਥਾ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਕਿਹਾ, ਪ੍ਰਾਧੀਨਤਾ ਪਾਪ ਹੈ, ਜਾਨ ਲਿਹੋ ਰੇ ਮੀਤ, ਰਵਿਦਾਸ दास प्राधीन से कौन करे है प्रीत। गुरु रविदास जी ने अपने जीवन काल के दौरान बहुत सारियां यात्रावां कीतियां। वो जिथे भी जांदे उत्थे दे भुल्ले भटके लोकां नूं अपने विचारां नाल जागृत करते ते परमात्मा दे नाम दा सच्चा संदेश दे के सिद्धे राही पाउंदे। गुरु जी दियां इन्हां यात्रावां दे बहुत सारे किस्से ਸਾਖੀਆਂ ਦੇ ਰੂਪ ਵਿੱਚ ਪ੍ਰਚਲਿਤ ਨੇ। ਅਜਿਹੀ ਹੀ ਇੱਕ ਸਾਖੀ ਹੈ ਜੋ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਨਾਲ ਮੁਲਾਕਾਤ ਸਮੇਂ ਵਾਪਰੀ। ਸਿਕੰਦਰ ਲੋਧੀ ਆਪਣੇ ਪਿਤਾ ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣ ਕੇ ਦਿੱਲੀ ਦੇ ਤਖਤ ਤੇ ਬਿਰਾਜਮਾਨ ਹੋਇਆ। ਸਿਕੰਦਰ ਲੋਧੀ ਇੱਕ ਬਹੁਤ ਹੀ ਖੁੰਖਾਰ ਸ਼ਾਸਕ ਸੀ। ਉਸ ਦੇ ਰਾਜ ਵਿੱਚ ਪ੍ਰਜਾ ਦੇ ਅਧਿਕਾਰਾਂ ਦੀ ਸ਼ਰੇਆਮ ਲੁੱਟ ਕੀਤੀ ਜਾਂਦੀ ਸੀ। ਦੇਸ਼ ਵਿੱਚ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਪੱਧਰ ਤੇ ਅਸ਼ਾਂਤੀ ਸੀ। ਜਾਤ-ਪਾਤ, ਊਚ-ਨੀਚ ਤੇ ਅਤਿਆਚਾਰ ਆਪਣੀ ਚਰਮ ਸੀਮਾ ਤੇ ਸਨ। ਸਤਿਗੁਰੂ ਰਵਿਦਾਸ ਜੀ ਨੇ ਜਦੋਂ ਇਹ ਸਮਾਜਿਕ ਅਸਮਾਨਤਾ, ਜਾਤ ਧਰਮ ਤੇ ਅਮੀਰੀ ਗਰੀਬੀ ਦਾ ਪਾੜਾ ਵੇਖਿਆ ਤਾਂ ਉਹ ਬਹੁਤ ਦੁਖੀ ਹੋਏ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਨ੍ਹਾਂ ਸਭ ਕੁਰੀਤੀਆਂ ਦਾ ਸਖਤ ਖੰਡਨ ਕੀਤਾ। ਗੁਰੂ ਜੀ ਅਨੁਸਾਰ ਜਦੋਂ ਪ੍ਰਭੂ ਦੇ ਘਰ ਵਿੱਚ ਹੀ ਕੋਈ ਜਾਤ-ਪਾਤ ਤੇ ਊਚ-ਨੀਚ ਨਹੀਂ ਹੈ ਤਾਂ ਉਸ ਦੀ ਬਣਾਈ ਹੋਈ ਖਲਕਤ ਕਿਉਂ ਆਪਸ ਵਿੱਚ ਵੰਡੀ ਹੋਈ ਹੈ। ਉਨ੍ਹਾਂ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ, ਰਵਿਦਾਸ ਉਪਜਈ ਸਭ ਇੱਕ ਨੂਰ ਤੇ, ਬਾਮਣ ਮੁੱਲਾ ਸ਼ੇਖ, सबको करता एक है, सबको एक ही पेख। ਧਰਮ ਦੇ ਫੋਕੇ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਦਾ ਖੰਡਨ ਕਰਨ ਲਈ ਇਹ ਬਾਣੀ ਆਮ ਲੋਕਾਂ ਵਿੱਚ ਪ੍ਰਚਲਿਤ ਹੋਣ ਲੱਗੀ। ਗੁਰੂ ਜੀ ਦੀ ਉੱਚੀ ਸੁੱਚੀ ਬਾਣੀ ਸੁਣ ਕੇ ਆਮ ਲੋਕਾਂ ਨੂੰ ਗਿਆਨ ਹੋਣ ਲੱਗਾ ਤੇ ਉਹ ਮੁੱਲਾ ਮੌਲਾਣਿਆਂ ਤੇ ਪੰਡਤਾਂ ਤੋਂ ਬਾਗੀ ਹੋਣ ਲੱਗੇ। ਜਾਤ ਪਾਤ पूछे ना कोए, हर को भजे सो हर का होए, कह रविदास जो जपे नाम, तिस जात ना जन्म ना जूनी काम। ਇਹ ਸਭ ਦੇਖ ਕੇ ਧਰਮ ਦੇ ਠੇਕੇਦਾਰਾਂ ਦੀ ਰੋਜ਼ੀ ਰੋਟੀ ਖਤਰੇ ਵਿੱਚ ਪੈ ਗਈ ਤੇ ਉਹਨਾਂ ਨੇ ਏਕਾ ਕਰਕੇ ਸਿਕੰਦਰ ਲੋਧੀ ਦੇ ਪੀਰ ਸ਼ੇਖ ਤਕੀ ਕੋਲ ਗੁਰੂ ਜੀ ਦੇ ਖਿਲਾਫ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਕਿਹਾ ਕਿ ਗੁਰੂ ਰਵਿਦਾਸ ਨੀਵੀਂ ਜਾਤੀ ਦਾ ਹੋ ਕੇ ਰੱਬੀ ਗਿਆਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਕੁਰਾਏ ਪਾ ਰਿਹਾ ਹੈ ਤੇ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੇ ਧਰਮ ਖਤਰੇ ਵਿੱਚ ਪੈ ਜਾਣਗੇ। ਫਿਰ ਉਹਨਾਂ ਨੇ ਸ਼ੇਖ ਤਕੀ ਨੂੰ ਇੱਕ ਸੁਝਾਅ ਦਿੱਤਾ ਕਿ ਕਿਉਂ ਨਾ ਗੁਰੂ ਰਵਿਦਾਸ ਦਾ ਧਰਮ ਪਰਿਵਰਤਨ ਕਰਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਜੇ ਗੁਰੂ ਰਵਿਦਾਸ ਹੀ ਮੁਸਲਮਾਨ ਬਣ ਗਿਆ ਤਾਂ ਉਸ ਦੇ ਸਾਰੇ ਪੈਰੋਕਾਰ ਵੀ ਮੁਸਲਮਾਨ ਬਣ ਜਾਣਗੇ। ਸ਼ੇਖ ਤਕੀ ਨੇ ਸਿਕੰਦਰ ਲੋਧੀ ਕੋਲ ਜਾ ਕੇ ਸਾਰਾ ਮਸਲਾ ਬਿਆਨ ਕਰ ਦਿੱਤਾ। ਇਹ ਸਭ ਸੁਣ ਕੇ ਸਿਕੰਦਰ ਲੋਧੀ ਨੇ ਸੈਨਿਕਾਂ ਨੂੰ ਗੁਰੂ ਰਵਿਦਾਸ ਜੀ ਨੂੰ ਆਪਣੇ ਦਰਬਾਰ ਵਿੱਚ ਲਿਆਉਣ ਦਾ ਹੁਕਮ ਦਿੱਤਾ। ਜਦੋਂ ਗੁਰੂ ਰਵਿਦਾਸ ਜੀ ਦਰਬਾਰ ਵਿੱਚ ਆਏ ਤਾਂ ਸਿਕੰਦਰ ਲੋਧੀ ਨੇ ਉਹਨਾਂ ਨੂੰ ਆਪਣਾ ਧਰਮ ਪਰਿਵਰਤਨ ਕਰਨ ਲਈ ਜ਼ੋਰ ਪਾਇਆ। ਉਸਨੇ ਗੁਰੂ ਜੀ ਨੂੰ ਬਹੁਤ ਡਰਾਇਆ ਧਮਕਾਇਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਪਰ ਗੁਰੂ ਜੀ ਨੇ ਧਰਮ ਪਰਿਵਰਤਨ ਕਰਨਾ ਸਵੀਕਾਰ ਨਹੀਂ ਕੀਤਾ ਤੇ ਕਿਹਾ ਕਿ ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ,
रविदास पूजई उस राम को जेहे निरंतर प्रीत। ये सब देख के बादशाह सिकंदर लोधी गुस्से विच लाल पीला हो गया ते गुरु जी नूं हाथी अगे सुट के कतल करन दा हुक्म दे दिता। लोकां दी भरी भीड़ विच गुरु रविदास जी नूं मस्त हाथी दे अगे सुट दिता गया। ये सब देख के संगत डर गई ते चारों पासे हाहाकार मच गई। एक पासे खतरनाक मस्त हाथी झूमदा होया गुरु जी वल वध रिहा सी, पर दूजे पासे परमात्मा दे सिमरन विच लीन सतगुरु रविदास जी महाराज बहुत ही शांत ते निडर बैठे सन। जद हाथी गुरु जी दे बहुत करीब आ गया तां ओह अचानक रुक गया ते उन्हां अगे अपना सिर झुका दिता। यह अजूबा देख के सब हैरान हो गए ते गुरु जी दी संगत ने गुरु रविदास जी दी जय, गुरु रविदास जी दी जय दे जकारे लाने शुरू कर दिते। एक करामात वेख के भी बादशाह सिकंदर लोधी दा हंकार नहीं टुटिया ते उसने गुरु जी नूं काल कोठड़ी विच बंद करन दा हुक्म दे दिता। फिर बहुत ही सख्त पैरे हेठ गुरु जी नूं काल कोठड़ी विच बंद कर दिता गया। पर सब ये देख के हैरान हो गए कि गुरु जी तां आराम नाल बाग विच टहल रहे सन। संगत ने फिर गुरु रविदास जी दी जय, गुरु रविदास जी दी जय दे जयकारे लाने शुरू कर दिते। ये सुन के बादशाह सिकंदर लोधी भी बहुत हैरान ते परेशान हो गया। वो ये सोच के परेशान हो रहा सी कि उस काल कोठड़ी विच इन्ना सख्त पहरा सी कि परिंदा भी पर नहीं सी मार सकता। पर गुरु जी उस विचों किवें बाहर आ गए? तां गुरु जी ने उचारिया, हे राजन, तीन लोक से भिन्न है परम पुरुष का वास, जहां किसी को गम नहीं तहां रहे रविदास। दूजे दिन बादशाह ने फिर गुरु जी नूं दरबार विच बुलाया ते कहा कि तुसीं शाही हुक्म दी नाफुरमानी कीती है ते मुसलमान धर्म दा प्रचार रोकण दी कोशिश कीती है। इसलिए धर्म दे हित लई तुहानूं खत्म करना बहुत जरूरी है। ये सुन के गुरु जी ने सिकंदर लोधी नूं कहा, रविदास जीव को मार कर कैसो मिले खुदाई, पीर पैगंबर औलिया को न कही समझाई। भाव, हे राजन, अपने हमले विच किन्ने ही निर्दोष आदमियां, औरतां ते बच्चियां नूं तू बेमौत मारिया है। तुसीं की समझदे हो कि उन्हां नूं मार के तुसीं उन्हां दा नामो निशान मिटा दिता, कोई नेक काम कीता? पर परमात्मा ने उन्हां नूं किते होर जन्म दे के अपना रुतबा वधा लिया। पर तुसीं इंसानियत दे दुश्मन बन गए। हे राजन, दया धर्म सबसे बड़ा, जे नर जाने कोय, रविदास कहे मानव धर्म ही अंत सहाई होए। गुरु जी दे बचन सुन के सिकंदर लोधी भयभीत हो गया। उसके कन्नां विच गुरु जी दे सच्चे बचन गूंज रहे सन ते गुरु जी दे चेहरे दा बेखौफ जलाल देख के तखत ते बैठा सिकंदर लोधी कंब गया। उसनूं लगा जिवें दया दे सागर परम पिता परमेश्वर खुदाबंद करीम आप उस दे सामने गुरु रविदास जी दे रूप विच खड़े होण। गुरु जी दे चेहरे ते 16 सूरजां बराबर नूर सी, जो सिकंदर लोधी तो झल्लिया ना गया ते उस दियां अखां झुंधिया गईयां। सारा दरबार गुरु रविदास जी दी जय, गुरु रविदास जी दी जय दे जकारियां नाल गूंज उठिया। जन्म सिरानो पंथ न सवारा, सांझ परी दह दिस अंधियारा, कह रविदास निदान दीवाने, चेतस नाही दुनिया फन खाने। एक कौतक देख के डरिया दहलिया बादशाह सिकंदर लोधी अपना तखत छड़ के
ਗਲ ਵਿੱਚ ਪੱਲਾ ਪਾ ਕੇ ਨਿਮਾਣਿਆਂ ਦੀ ਤਰ੍ਹਾਂ ਗੁਰੂ ਜੀ ਦੇ ਚਰਨਾਂ 'ਚ ਢਹਿ ਢੇਰੀ ਹੋ ਗਿਆ। ਸਿਕੰਦਰ ਲੋਧੀ ਹੱਥ ਜੋੜਦਾ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੋਇਆ ਖਿਮਾ ਯਾਚਨਾ ਕਰਨ ਲੱਗਾ। ਫਿਰ ਉਸਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਸਿੰਘਾਸਨ ਤੇ ਬਿਰਾਜਮਾਨ ਕੀਤਾ ਤੇ ਸੋਨੇ ਦੀ ਪਰਾਤ ਵਿੱਚ ਗੁਰੂ ਜੀ ਦੇ ਚਰਨ ਧੋ ਕੇ ਚਰਨਾਮ੍ਰਿਤ ਪੀਤਾ ਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੇ ਛਤਰ ਤਰੇ, ਜਾਕੀ ਛੋਤ ਜਗਤ ਕੋ ਲਾਗੇ, ਤਾ ਪਰ ਤੂ ਹੀ ਟਰੈ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੇ ਤੇ ਨਾ ਡਰੈ। ਇਹ ਇਤਿਹਾਸਿਕ ਵਾਕਿਆ 5 ਅਪ੍ਰੈਲ 1509 ਦਰਬਾਰ ਦਿੱਲੀ ਦਾ ਹੈ, ਜਦੋਂ ਲੱਖਾਂ ਲੋਕਾਂ ਦੇ ਇਕੱਠ ਵਿੱਚ ਗੁਰੂ ਜੀ ਦੀ ਜੈ ਜੈਕਾਰ ਹੋਈ। ਇਸ ਮੌਕੇ ਬਾਦਸ਼ਾਹ ਸਿਕੰਦਰ ਲੋਧੀ ਨੇ ਗੁਰੂ ਜੀ ਦੇ ਆਸ਼ਰਮ ਵਾਸਤੇ 700 ਕਨਾਲ ਜ਼ਮੀਨ ਭੇਂਟ ਕੀਤੀ। ਇਸ ਆਸ਼ਰਮ ਵਿੱਚ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ, ਸਤਸੰਗ ਸੁਣਦੀਆਂ ਤੇ ਦਿਨ ਰਾਤ ਲੰਗਰ ਭੰਡਾਰੇ ਚੱਲਦੇ ਰਹਿੰਦੇ। ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਆਸ਼ਰਮ ਦੀ ਮਾਲਕੀ ਅੱਜ ਵੀ ਮਾਲ ਵਿਭਾਗ ਵਿੱਚ ਗੁਰੂ ਜੀ ਦੇ ਨਾਮ ਤੇ ਦਰਜ ਹੈ। ਇਸ ਲਿਖਤ ਦਾ ਜ਼ਿਕਰ ਰਾਜੇ ਸਿਕੰਦਰ ਲੋਧੀ ਦੀ ਸਵੈ ਜੀਵਨੀ ਵਿੱਚ ਦਰਜ ਹੈ, ਜੋ ਕਿ ਪਾਰਸੀ ਭਾਸ਼ਾ ਵਿੱਚ ਹੈ ਤੇ ਇਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਵੀ ਮਿਲਦਾ ਹੈ। 1509 ਤੋਂ 1517 ਤੱਕ ਸਿਕੰਦਰ ਲੋਧੀ ਦੇ ਰਾਜ ਭਾਗ ਦਾ ਸਾਰਾ ਕਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਧਾਨ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤਹਿ ਠਾਓ ਨੂੰ ਆਧਾਰ ਮੰਨ ਕੇ ਚਲਾਇਆ ਗਿਆ, ਜੋ ਕਿ ਇੱਕ ਮਿਸਾਲੀ ਰਾਜ ਭਾਗ ਮੰਨਿਆ ਗਿਆ। ਸਾਰੀ ਪ੍ਰਜਾ ਖੁਸ਼ੀ-ਖੁਸ਼ੀ ਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੀ, ਜਿਨ੍ਹਾਂ ਦੀ ਕਿਰਪਾ ਸਦਕਾ ਜ਼ਾਲਿਮ ਰਾਜਾ ਦਿਆਲਤਾ ਦੀ ਮਿਸਾਲ ਬਣ ਗਿਆ ਤੇ ਪ੍ਰਜਾ ਸੁਖ ਦੀ ਜ਼ਿੰਦਗੀ ਜਿਉਣ ਲੱਗੀ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ, ਰਵਿਦਾਸ ਰਹੇ